ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਵਧਾਏ ਗਏ ਨੇ ਅੱਜ, ਤਾਂ ਹੁਣ ਇੰਟਰਸਟ ਰੇਟ ਦੀ ਪੂਰੀ ਸਥਿਤੀ ਇਸ ਸਮੇਂ ਕੀ ਹੈ? ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ 0.25 ਕੁਆਟਰ% ਇਨਕਰੀਜ਼ ਕਰਤਾ ਤੇ ਪਹਿਲਾਂ 4.75 ਸੀ, ਹੁਣ ਉਹ 5% ਹੋ ਗਿਆ। ਜੇ $1,00,000 ਦੀ ਲਾਈਨ ਆਫ ਕ੍ਰੈਡਿਟ ਸੀ ਬੰਦੇ ਦੀ ਤਾਂ ਉਹਦੀ ਪੇਮੈਂਟ ਮਹੀਨੇ ਦੀ ਬਣਨੀ ਸੀ $312। ਠੀਕ ਹੈ ਜੀ। ਹੁਣ ਉਹੀ ਪੇਮੈਂਟ $625 ਦੀ ਬਣਨੀ ਆ, ਸੋ ਡਬਲ ਹੋ ਗਈ। ਤੁਹਾਡੀ ਜੇਬ 'ਚੋਂ $300 ਹੋਰ ਨਿਕਲ ਗਿਆ, ਜਿਹੜਾ ਤੁਸੀਂ ਉਦੋਂ ਕਿਤੇ ਬਾਹਰ ਖਰਚ ਕਰਦੇ ਸੀ ਜੀ। ਮਾਰਕੀਟ ਸਲੋ ਹੋ ਗਈ, ਸੌਫਟ ਹੋ ਗਈ, ਉੱਥੇ ਫਿਰ ਇਨਫਲੇਸ਼ਨ ਕੰਟਰੋਲ ਹੋਣਾ। ਤਾਂ ਫਰਕ ਵੀ ਪੈਂਦਾ ਇਹਦੇ 'ਤੇ ਅਸਰ, ਅਤੇ ਜਿਹੜੀ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਹੋ ਰਹੀ ਹੈ ਕਿ ਉਹਦਾ ਪ੍ਰਭਾਵ ਵੀ ਹੈ ਇਸ ਤਮਾਮ ਚੀਜ਼ਾਂ 'ਤੇ? ਦੇਖੋ, ਜਦੋਂ ਡਿਮਾਂਡ ਕ੍ਰੀਏਟ ਹੁੰਦੀ ਆ ਮਾਰਕੀਟ ਦੇ ਵਿੱਚ, ਉਦੋਂ ਹੀ ਅੱਗ ਲੱਗਦੀ ਆ ਨਾ। ਨੋ ਡਾਊਟ ਇਮੀਗ੍ਰੇਸ਼ਨ ਇੱਕ ਮੇਜਰ ਫੈਕਟਰ ਹੈਗਾ। ਠੀਕ ਹੈ, ਤੁਸੀਂ ਇਸ ਲਾਈਨ ਦੇ ਨਾਲ ਜੁੜੇ ਹੋਏ ਹੋ, ਆਮ ਲੋਕਾਂ ਦੇ ਨਾਲ ਵੀ ਤੁਹਾਡਾ ਵਾਹ ਵਾਸਤਾ ਜਿਹੜਾ ਉਹ ਰਹਿੰਦਾ ਗਾ, ਤਾਂ ਲੋਕਾਂ ਦੀ ਸਥਿਤੀ ਸਹੀ ਰੂਪ ਦੇ ਵਿੱਚ ਕੀ ਹੈ ਕਿ ਉਧਾਰ ਪੈਸੇ ਪੂਸੇ ਫੜ ਕੇ ਕੰਮ ਚਲਾਇਆ ਜਾ ਰਿਹਾ, ਜਾਂ ਕੀ ਰਾਹ ਕੀ ਢੰਗ ਜਿਹੜਾ ਉਹ ਲੋਕ ਰੈਸਲਾ ਤੁਹਾਡੇ ਤੋਂ ਵੀ ਲੈਂਦੇ ਹੋਣਗੇ, ਕਿੱਧਰ ਨੂੰ ਗੱਲਬਾਤ ਜਾ ਰਹੀ? ਔਰ ਉਹਨਾਂ ਨੂੰ ਚਿੱਠੀਆਂ ਪਾਉਣ ਲੱਗ ਗਈਆਂ ਆਪੋ ਆਪਣੇ ਜਿਨ੍ਹਾਂ ਦੇ ਵੀ ਮੌਰਗੇਜਸ ਨੇ ਕਿ ਯੂ ਹੈਵ 2 ਆਪਸ਼ਨਸ, ਜਾਂ ਤਾਂ ਇਹਨੂੰ ਫਿਕਸ ਕਰ ਲਓ, ਜਾਂ ਆਪਦੀ ਪੇਮੈਂਟ ਵਧਾ ਲਓ, ਜਾਂ ਲਮਸਮ ਪੇ ਕਰੋ, ਤਾਂ ਕਿ ਤੁਸੀਂ ਜੋ ਤੁਹਾਡੇ ਨਾਲ ਪਹਿਲਾਂ ਅਮੋਰਟਾਈਜੇਸ਼ਨ ਹੋਇਆ ਸੀ, ਜੇ ਤੁਸੀਂ 30 ਸਾਲ ਦੀ ਲਈ ਸੀ ਜਾਂ 25 ਸਾਲ ਦੀ ਲਈ ਸੀ, ਤਾਂ ਤੁਸੀਂ ਉਹਦੇ ਵਿੱਚ ਹੀ ਰਹੋ ਜੀ। ਸੋ ਇਟਸ ਗੋਇੰ ਟੂ ਬੀ ਹਾਰਡ ਟਾਈਮ। ਕਿੰਨੇ ਵਿਆਜ ਦਰਾਂ ਵਧਾਤੀਆਂ, ਮੀਟਿੰਗ ਹੋ ਗਈ, ਕਹਾਣੀ ਇੱਥੇ ਰੁਕ ਗਈ, ਜਾਂ ਹਲੇ ਗੱਲਬਾਤ ਅੱਗੇ ਤੱਕ ਜਾਣੀ ਹੈ? ਦੇਖੋ, ਬੈਂਕ ਆਫ ਕੈਨੇਡਾ ਨੇ ਆਪਣੀ ਜਿਹੜੀ ਵੀ ਰੱਖੀ ਆ ਉਹ ਕੁਆਂਟੀਟੇਟਿਵ ਟਾਈਟਨਿੰਗ 'ਤੇ ਰੱਖੀ ਆ। ਸੋ ਉਹਦਾ ਮਤਲਬ ਇਹ ਹੈ, ਉਹਨਾਂ ਨੇ ਕੋਈ ਇੰਡੀਕੇਸ਼ਨ ਨਹੀਂ ਦਿੱਤੀ ਕਿ ਹੁਣ ਨਹੀਂ ਵਧਣੇ। ਉਹਨਾਂ ਨੇ ਇੰਡੀਕੇਸ਼ਨ ਇਹ ਦਿੱਤੀ ਹੈ ਕਿ ਹੋ ਸਕਦਾ ਅਗਲੀ ਵਾਰੀ ਫਿਰ ਵੱਧ ਜਾਣ। ਨੈਕਸਟ ਮੀਟਿੰਗ ਸਤੰਬਰ 6 ਦੀ ਆ, ਉਦੋਂ ਦੇਖਦੇ ਹਾਂ ਕੀ ਬਣਦਾ। ਬੈਂਕ ਆਫ ਕੈਨੇਡਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਵਿਆਜ ਦਰਾਂ ਵਧਾਈਆਂ ਗਈਆਂ ਨੇ, ਕੀ ਸਥਿਤੀ ਹੈ ਇਹ ਬਾਰੇ ਜਾਣਨ ਦੇ ਲਈ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਸਰਦਾਰ ਕੁਲਦੀਪ ਸਿੰਘ ਸਿੱਧੂ ਸਾਡੇ ਨਾਲ ਨੇ। ਸਿੱਧੂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਸਿੱਧੂ ਸਾਹਿਬ, ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਵਧਾਏ ਗਏ ਨੇ ਅੱਜ, ਤਾਂ ਹੁਣ ਇੰਟਰਸਟ ਰੇਟ ਦੀ ਪੂਰੀ ਸਥਿਤੀ ਇਸ ਸਮੇਂ ਕੀ ਹੈ? ਓਕੇ, ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ 0.25 ਕੁਆਟਰ% ਇਨਕਰੀਜ਼ ਕਰਤਾ ਤੇ ਪਹਿਲਾਂ 4.75 ਸੀ, ਹੁਣ ਉਹ 5% ਹੋ ਗਿਆ। ਹੁਣ ਇਹਦਾ ਅੱਗੇ ਅਸਰ ਕੀ ਹੋਣਾ, ਉਹਦੇ ਨਾਲ ਜਿਹੜੇ ਪ੍ਰਾਈਮ ਰੇਟ ਨੇ ਬੈਂਕਸ ਦੇ, ਉਹ ਅਕੋਰਡਿੰਗਲੀ ਕੁਆਟਰ% ਇਨਕਰੀਜ਼ ਹੋ ਜਾਣਗੇ। ਪਹਿਲਾਂ 6.95 ਸੀ ਅਤੇ ਹੁਣ 7.20 ਹੋ ਗਏ ਨੇ। ਇਹ ਰੇਟ ਦੀ ਹਿਸਟਰੀ ਹੈ, ਮਤਲਬ ਕਿ ਰੇਟ ਵੱਧ ਗਿਆ ਅੱਗੇ ਨਾਲੋਂ। ਇਨਫਲੇਸ਼ਨ ਦੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਸਿੱਧੂ ਸਾਹਿਬ, ਤਾਂ ਲੋਕ ਕਹਿੰਦੇ ਆ ਕਿ ਇਹ ਅੰਕੜੇ ਸਾਨੂੰ ਸਮਝ ਨਹੀਂ ਆਉਂਦੇ ਕਿ ਇਨਫਲੇਸ਼ਨ ਘਟ ਰਹੀ ਹੈ। ਉਹ ਕਹਿੰਦੇ ਕਿ ਸਾਡੇ ਤਾਂ ਜੇਬ 'ਚੋਂ ਪੈਸੇ ਵੱਧ ਜਾ ਰਹੇ ਨੇ ਪਹਿਲਾਂ ਦੇ ਮੁਕਾਬਲੇ, ਮੌਰਗੇਜ 'ਚ ਵੀ, ਗਰੋਸਰੀ ਵਾਲੇ ਪਾਸੇ ਵੀ, ਸਾਰੇ ਪਾਸੇ। ਤਾਂ ਇਹ ਅੰਕੜੇ ਨੰਬਰਾਂ ਦਾ ਕੀ ਹਿਸਾਬ ਕਿਤਾਬ ਹੁੰਦਾ? ਲੋਕ ਕਹਿੰਦੇ ਕਿ ਸਾਨੂੰ ਤਾਂ ਨਹੀਂ ਲੱਗਦਾ ਕਿ ਮਹਿੰਗਾਈ ਘਟੀ ਹੈ। ਬਿਲਕੁਲ, ਦੇਖੋ, ਜਿਹੜੇ ਬੈਂਕ ਆਫ ਕੈਨੇਡਾ ਕਿਉਂ ਇਨਕਰੀਜ਼ ਕਰਦਾ ਰੇਟ, ਉਹਨੇ ਇਨਫਲੇਸ਼ਨ ਨੂੰ ਕੰਟਰੋਲ ਕਰਨਾ। ਉਹ ਕਹਿੰਦੇ ਆ ਨਾ, ਤੁਹਾਡੀ ਸਾਡੀ ਜੇਬ 'ਚ ਪੈਸੇ ਜ਼ਿਆਦਾ ਜਾਂਦੇ, ਇਹੀ ਪਰਪਸ ਆ ਉਹਨਾਂ ਦਾ। ਠੀਕ ਹੈ ਜੀ। ਕਿਉਂ? ਜਦੋਂ ਉਹ ਪੈਸੇ ਜ਼ਿਆਦਾ ਟੂਵਰਡਸ ਦਾ ਮੌਰਗੇਜ ਜਾਣਗੇ ਤਾਂ ਤੁਸੀਂ ਸਪੈਂਡਿੰਗ ਹੈ ਜਿਹੜੀ ਸਲੋ ਕਰੋਗੇ, ਘੱਟ ਕਰੋਗੇ ਹੋਰ ਚੀਜ਼ਾਂ ਦੇ ਲਈ, ਕੱਪੜੇ ਦੇ ਲਈ, ਹੋਰ ਚੀਜ਼ਾਂ ਦੇ ਲਈ, ਅਤੇ ਉਹਦੇ ਨਾਲ ਕੀ ਹੋਣਾ, ਇਕੋਨਮੀ ਹੈ ਜਿਹੜੀ ਉਹ ਤੁਹਾਡੀ ਸਲੋ ਹੋਊਗੀ। ਉਹੀ ਉਹਨਾਂ ਦਾ ਮੇਨ ਪਰਪਸ ਹੈ, ਉਹੀ। ਕਿਉਂਕਿ ਰਾਈਟ ਨਾਓ ਜੋ ਅੱਜ ਸਟੇਟਮੈਂਟ ਆਈ ਆ, ਵੈਸੇ ਤਾਂ ਇਨਫਲੇਸ਼ਨ 3.4% ਹੋ ਗਈ, ਲਾਸਟ ਈਅਰ ਜੂਨ ਦੇ ਵਿੱਚ 8.1 ਸੀ ਬਿਕੋਜ਼ ਆਫ ਰੇਟ ਇਨਕਰੀਜ਼। ਹੁਣ ਸਿੰਪਲ ਇੱਕ ਫਾਰਮੂਲਾ ਹੈਗਾ, ਜਿਹੜੀ ਰੇਟ ਇਨਕਰੀਜ਼ ਹੁੰਦੀ ਹੈ, ਜਿਹੜੀ ਪ੍ਰਾਈਮ ਹੈ, ਉਹਦੇ ਨਾਲ ਕਿਸ ਚੀਜ਼ 'ਤੇ ਅਸਰ ਪੈਂਦਾ? ਇੱਕ ਤਾਂ ਉਹਦੀ ਫਿਕਸ ਮੌਰਗੇਜ, ਉਹਦੇ 'ਤੇ ਕੋਈ ਅਸਰ ਨਹੀਂ ਪੈਂਦਾ। ਦੂਸਰਾ ਅਸਰ ਕਿਹਦੇ 'ਤੇ ਪੈਂਦਾ? ਜਿਹੜੀ ਵੇਰੀਏਬਲ ਜਾਂ ਹੀਲੌਕ ਲਾਈਨ ਆਫ ਕ੍ਰੈਡਿਟ ਹੁੰਦੀਆਂ ਨੇ। ਹੁਣ ਇੱਕ ਸਿੰਪਲ ਐਗਜ਼ਾਮਪਲ, ਅੱਜ ਤੋਂ ਸਾਲ ਪਹਿਲਾਂ ਜਦੋਂ ਪ੍ਰਾਈਮ 2.7 ਸੀ, ਜਦੋਂ ਹੀਲੌਕ ਜਿਹੜੀ ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਆ, ਉਹ ਪ੍ਰਾਈਮ +1 'ਤੇ ਮਿਲਦੀ ਸੀ। ਇੱਕ ਸਿੰਪਲ ਫਾਰਮੂਲਾ ਜੀ, ਜੇ $1,00,000 ਦੀ ਲਾਈਨ ਆਫ ਕ੍ਰੈਡਿਟ ਸੀ ਬੰਦੇ ਦੀ, ਤਾਂ ਉਹਦੀ ਪੇਮੈਂਟ ਮਹੀਨੇ ਦੀ ਬਣਨੀ ਸੀ $312। ਠੀਕ ਹੈ ਜੀ। ਹੁਣ ਉਹੀ ਪੇਮੈਂਟ $625 ਦੀ ਬਣਨੀ ਆ, ਸੋ ਡਬਲ ਹੋ ਗਈ। ਤੁਹਾਡੀ ਜੇਬ 'ਚੋਂ $300 ਹੋਰ ਨਿਕਲ ਗਿਆ, ਜਿਹੜਾ ਤੁਸੀਂ ਉਦੋਂ ਕਿਤੇ ਬਾਹਰ ਖਰਚ ਕਰਦੇ ਸੀ ਜੀ। ਮਾਰਕੀਟ ਸਲੋ ਹੋ ਗਈ, ਸੌਫਟ ਹੋ ਗਈ, ਉੱਥੇ ਫਿਰ ਇਨਫਲੇਸ਼ਨ ਕੰਟਰੋਲ ਹੋਣਾ। ਹਾਂ, ਟੈਕਨੀਕਲੀ ਇਹ ਜਿਹੜੀ ਘਟੀ ਆ, ਇਹਦੇ 'ਚ ਮੇਨ ਰੀਜ਼ਨ ਸਾਡੀ ਗੈਸੋਲੀਨ ਪ੍ਰਾਈਸਿਸ ਦਾ ਹੈਗਾ। ਐਨਰਜੀ ਕੋਸਟ ਥੋੜ੍ਹੀ ਘੱਟ ਹੋਈ ਸੀ, ਠੀਕ ਹੈ, ਬਟ ਅੰਡਰਲਾਈਨ ਜਿਹੜੀ ਗੁਡਸ ਦੀ ਥੋੜ੍ਹੀ ਜਿਹੀ ਘੱਟ ਹੋਈ ਸੀ, ਬਟ ਅੰਡਰਲਾਈਨ ਫੂਡ ਪ੍ਰਾਈਸਿਸ ਹਜੇ ਨਹੀਂ, ਉਹਨਾਂ ਇੰਪੈਕਟ ਨਹੀਂ ਪਿਆ।
ਜਿਹੜਾ ਕਿ ਪੈਣਾ ਚਾਹੀਦਾ। ਜਿਹੜੀ ਬੈਂਕਸ ਵੱਲੋਂ ਪਿਛਲੇ ਸਮੇਂ ਦੌਰਾਨ ਕੀਤਾ ਗਿਆ ਸੀ ਕਿ ਮੌਰਗੇਜ ਦੇ ਸਾਲ ਵਧਾਤੇ ਸੀ, ਤਾਂ ਉਹਦਾ ਹੁਣ ਅਸਰ ਜਿਹੜਾ ਨਜ਼ਰ ਆ ਰਿਹਾ ਕਿ ਉਹ ਸੱਚਮੁੱਚ ਵਧਾਤੇ ਸੀ, ਜਾਂ ਜਦੋਂ ਇੰਟਰਸਟ ਰੇਟ ਵੱਧਦਾ ਗਾ ਫਿਰ ਮੂਲ ਘਟ ਜਾਣ ਲੱਗ ਜਾਂਦਾ, ਜਿਹੜੀ ਕਿਸ਼ਤ ਉਹ 'ਚ ਵਿਆਜ ਜਾਣ ਲੱਗ ਜਾਂਦਾ? ਹਾਂਜੀ, ਆਹੀ ਚੀਜ਼ ਹੋਈ ਸੀ। ਹਜੇ ਅਮਾਊਂਟਾਈਜੇਸ਼ਨ ਨਹੀਂ ਵਧਿਆ, ਬਟ ਕਈ ਬੈਂਕਸ ਜਿਹੜੀਆਂ ਬਿਗ ਬੈਂਕਸ ਸੀ ਉਹਨਾਂ ਨੇ ਇੰਟਰਸਟ ਓਨਲੀ ਪੇਮੈਂਟ ਲੈਣੀ ਸ਼ੁਰੂ ਕਰ ਦਿੱਤੀ ਸੀ, ਪਰ ਹੁਣ ਉਹ ਜਦੋਂ ਰਿਨਿਊਅਲ 'ਤੇ ਆਉਣਗੇ ਤਾਂ ਅਲਟੀਮੇਟਲੀ ਨੁਕਸਾਨ ਤਾਂ ਬੋਰੋਵਰ ਦਾ ਹੋਣਾ। ਜਦੋਂ ਰਿਨਿਊਅਲ 'ਤੇ ਆਉਣਗੇ ਤਾਂ ਸੇਮ ਅਮਾਊਂਟਾਈਜੇਸ਼ਨ ਹੋਏਗੀ ਅਤੇ ਤੁਹਾਡੀ ਕਿਸ਼ਤ ਬਹੁਤ ਵੱਧ ਜਾਣੀ ਆ। ਇੱਕ ਰੇਟ ਬਹੁਤ ਜ਼ਿਆਦਾ ਹੋਣਾ ਹੁਣ ਜਦੋਂ ਰਿਨਿਊਅਲ 'ਤੇ ਆਓਗੇ, ਇੱਕ ਉਹ ਜਿੰਨਾ ਤੁਹਾਡਾ ਪੁਰਾਣਾ ਪ੍ਰਿੰਸੀਪਲ ਨਹੀਂ ਸੀ, ਹੁਣ ਕਈ ਬੈਂਕਸ ਈਮੇਲਸ ਔਰ ਉਹਨਾਂ ਨੂੰ ਚਿੱਠੀਆਂ ਪਾਉਣ ਲੱਗ ਗਈਆਂ ਆਪੋ ਆਪਣੇ ਜਿਨ੍ਹਾਂ ਦੇ ਵੀ ਮੌਰਗੇਜਸ ਨੇ ਕਿ ਯੂ ਹੈਵ 2 ਆਪਸ਼ਨਸ, ਜਾਂ ਤਾਂ ਇਹਨੂੰ ਫਿਕਸ ਕਰ ਲਓ ਜਾਂ ਆਪਦੀ ਪੇਮੈਂਟ ਵਧਾ ਲਓ ਜਾਂ ਲਮਸਮ ਪੇ ਕਰੋ, ਤਾਂ ਕਿ ਤੁਸੀਂ ਜੋ ਤੁਹਾਡੇ ਨਾਲ ਪਹਿਲਾਂ ਅਮਾਊਂਟਾਈਜੇਸ਼ਨ ਹੋਇਆ ਸੀ, ਜੇ ਤੁਸੀਂ 30 ਸਾਲ ਦੀ ਲਈ ਸੀ ਜਾਂ 25 ਸਾਲ ਦੀ ਲਈ ਸੀ, ਤਾਂ ਤੁਸੀਂ ਉਹਦੇ ਵਿੱਚ ਹੀ ਰਹੋ। ਜੀ, ਸੋ ਇਟਸ ਗੋਇੰ ਟੂ ਬੀ ਹਾਰਡ ਟਾਈਮ। ਤਾਂ ਕਿੰਨਾ ਕੁ ਅਸਰ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਰੀਅਲ ਸਟੇਟ ਮਾਰਕੀਟ ਜਾਂ ਘਰਾਂ ਦੀ ਮਾਰਕੀਟ ਦੇ ਉੱਪਰ ਪੈਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ, ਉਹਦੇ ਲਈ 2 ਚੀਜ਼ਾਂ ਨੇ। ਸਭ ਤੋਂ ਪਹਿਲਾਂ ਅਵੇਲੇਬਿਲਿਟੀ ਆਫ ਕ੍ਰੈਡਿਟ। ਜਦੋਂ ਰੇਟ ਵੱਧਦੇ ਆ ਤਾਂ ਤੁਹਾਡੀ ਕੁਆਲੀਫਿਕੇਸ਼ਨ ਔਖੀ ਹੋ ਜਾਂਦੀ ਆ। ਜੇ ਤੁਹਾਡੀ ਕੁਆਲੀਫਿਕੇਸ਼ਨ ਔਖੀ ਹੋ ਜਾਂਦੀ ਆ ਫਿਰ ਤੁਹਾਨੂੰ ਮੌਰਗੇਜ ਨਹੀਂ ਮਿਲਦੀ, ਅਤੇ ਮੌਰਗੇਜ ਨਹੀਂ ਮਿਲਦੀ ਅਤੇ ਮਾਰਕੀਟ 'ਤੇ ਅਸਰ ਪੈਂਦਾ। ਠੀਕ ਹੈ ਜੀ, ਇੱਕ ਫੈਕਟਰ। ਦੂਜਾ ਫੈਕਟਰ ਹੁੰਦਾ ਡਿਮਾਂਡ ਸਪਲਾਈ। ਜੇ ਤੁਸੀਂ ਉਹਨੂੰ ਵੇਖਦੇ ਹੋ, ਹੁਣ ਜਿਨ੍ਹਾਂ ਕੋਲ ਕੈਸ਼ ਮਨੀ ਹੈਗੀ, ਜਿਨ੍ਹਾਂ ਕੋਲ ਦੇ ਕੈਨ ਬਾਏ ਵਿਦਾਊਟ ਮੌਰਗੇਜ ਰਾਈਟ, ਜਾਂ ਜ਼ਿਆਦਾ ਡਾਊਨ ਪਾ ਕੇ ਕਰ ਸਕਦੇ ਨੇ, ਉਹ ਡਿਮਾਂਡ ਸਪਲਾਈ ਆ। ਸਪਲਾਈ ਘੱਟ ਆ, ਡਿਮਾਂਡ ਜ਼ਿਆਦਾ ਆ। ਸੋ ਇਟਸ ਏ ਮਿਕਸ। ਠੀਕ ਆ, ਹਾਂ, ਜਿਨ੍ਹਾਂ ਨੇ 10% 20% ਡਾਊਨ ਪਾਉਣਾ ਉਹਨਾਂ ਲਈ ਕੁਆਲੀਫਿਕੇਸ਼ਨ ਔਖੀ ਆ। ਜਿਨ੍ਹਾਂ ਨੇ ਜ਼ਿਆਦਾ ਡਾਊਨ ਪਾਉਣਾ ਉਹਨਾਂ ਲਈ ਥੋੜ੍ਹਾ ਜਿਹਾ ਈਜ਼ੀ ਹੈ ਕਿਉਂਕਿ ਉਹਨਾਂ ਕੋਲ ਜ਼ਿਆਦਾ ਪੈਸਾ ਹੈਗਾ ਡਾਊਨ ਪਾਉਣ ਲਈ। ਸੋ ਬੈਂਕਸ ਉਹਨੂੰ ਕਈ ਵਾਰੀ ਇਕੁਇਟੀ ਮੌਰਗੇਜ ਕਰ ਦਿੰਦੀਆਂ ਨੇ, ਬਟ ਨੋ ਡਾਊਟ ਜਿਹੜੀ ਰੇਟਸ ਨੇ ਉਹ ਬਹੁਤ ਜ਼ਿਆਦਾ ਨੇ। ਹੁਣ ਜਿਹੜੀ ਆਮ ਮੌਰਗੇਜ ਮਿਲਦੀ ਹੈ ਉਹ 5 ਤੋਂ ਉੱਪਰ ਮਿਲਦੀ ਹੈ, 5.5 5.5 6 ਈਵਨ 6 ਤੱਕ ਚੱਲ ਜਾਣੀ ਹੈ। ਜੇ ਕਿਸੇ ਨੇ ਲਾਈਨ ਆਫ ਕ੍ਰੈਡਿਟ ਲੈਣੀ ਆ ਉਹ ਤਾਂ ਹੁਣ ਭੁੱਲ ਜਾਓ ਕਿ 7.5 7.20 ਤੇ ਪ੍ਰਾਈਮ ਹੀ ਹੋ ਗਿਆ, ਅਤੇ ਪਲੱਸ 1% 8.20 ਤੇ ਤੁਹਾਨੂੰ ਮਿਲਣੀ। ਇੱਕ ਸਿੱਧੂ ਸਾਹਿਬ, ਤੁਸੀਂ ਇਸ ਲਾਈਨ ਦੇ ਨਾਲ ਜੁੜੇ ਹੋਏ ਹੋ, ਆਮ ਲੋਕਾਂ ਦੇ ਨਾਲ ਵੀ ਤੁਹਾਡਾ ਵਾਹ ਵਾਸਤਾ ਜਿਹੜਾ ਉਹ ਰਹਿੰਦਾ ਗਾ, ਤਾਂ ਲੋਕਾਂ ਦੀ ਸਥਿਤੀ ਸਹੀ ਰੂਪ ਦੇ ਵਿੱਚ ਕੀ ਹੈ ਕਿ ਉਧਾਰ ਪੈਸੇ ਪੂਸੇ ਫੜ ਕੇ ਕੰਮ ਚਲਾਇਆ ਜਾ ਰਿਹਾ, ਜਾਂ ਕੀ ਰਾਹ ਕੀ ਢੰਗ ਜਿਹੜਾ ਉਹ ਲੋਕ ਰੈਸਲਾ ਤੁਹਾਡੇ ਤੋਂ ਵੀ ਲੈਂਦੇ ਹੋਣਗੇ, ਕਿੱਧਰ ਨੂੰ ਗੱਲਬਾਤ ਜਾ ਰਹੀ ਹੈ? ਦੇਖੋ, ਇਹ ਡਿਪੈਂਡ ਕਰਦਾ ਜੀ ਹਰ ਇੱਕ ਦੇ ਫਾਈਨੈਂਸ਼ੀਅਲ ਸਰਕਮਸਟੈਂਸਿਸ 'ਤੇ, ਹਰ ਇੱਕ ਬੰਦੇ ਦੀ ਪਰਸਨਲ ਕਪੈਸਿਟੀ ਕੀ ਆ, ਫੈਮਿਲੀ ਇਨਕਮ ਕਿੰਨੀ ਆ, ਹੈ ਨਾ। ਜੇ ਤੁਸੀਂ ਇੰਡੀਵਿਜੂਅਲ ਨੇ, ਕਿਤੇ ਇੱਕ ਫੈਮਿਲੀ ਹੁੰਦੀ ਆ, ਹੈ ਨਾ, ਸਾਰੇ ਕੰਟਰੀਬਿਊਟ ਕਰਦੇ ਨੇ, ਕੁਝ ਸੇਵਿੰਗਸ ਹੁੰਦੀਆਂ ਨੇ, ਸੋ ਸੇਵਿੰਗਸ ਤੋਂ ਲੋਕ ਯੂਜ਼ ਕਰ ਰਹੇ ਨੇ। ਇਟਸ ਏ ਹਾਰਡ ਟਾਈਮ, ਆਈ ਵਿਲ ਸੇ ਇਟਸ ਹਾਰਡ ਟਾਈਮ। ਪਰ ਹੁਣ ਤੁਹਾਨੂੰ ਕੀ ਲੱਗਦਾ, ਅੱਜ ਬੈਂਕ ਨੇ ਵਿਆਜ ਦਰਾਂ ਵਧਾਤੀਆਂ, ਮੀਟਿੰਗ ਹੋ ਗਈ, ਕਹਾਣੀ ਇੱਥੇ ਰੁਕ ਗਈ, ਜਾਂ ਹਲੇ ਗੱਲਬਾਤ ਅੱਗੇ ਤੱਕ ਜਾਣੀ ਹੈ? ਦੇਖੋ, ਬੈਂਕ ਆਫ ਕੈਨੇਡਾ ਨੇ ਆਪਣੀ ਜਿਹੜੀ ਵੀ ਰੱਖੀ ਆ ਉਹ ਕੁਆਂਟੀਟੇਟਿਵ ਟਾਈਟਨਿੰਗ 'ਤੇ ਰੱਖੀ ਆ। ਸੋ ਉਹਦਾ ਮਤਲਬ ਇਹ ਹੈ, ਉਹਨਾਂ ਨੇ ਕੋਈ ਇੰਡੀਕੇਸ਼ਨ ਨਹੀਂ ਦਿੱਤੀ ਕਿ ਹੁਣ ਨਹੀਂ ਵਧਣੇ। ਉਹਨਾਂ ਨੇ ਇੰਡੀਕੇਸ਼ਨ ਇਹ ਦਿੱਤੀ ਹੈ ਕਿ ਹੋ ਸਕਦਾ ਅਗਲੀ ਵਾਰੀ ਫਿਰ ਵੱਧ ਜਾਣ। ਨੈਕਸਟ ਮੀਟਿੰਗ ਸਤੰਬਰ 6 ਦੀ ਆ, ਉਦੋਂ ਦੇਖਦੇ ਕੀ ਬਣਦਾ, ਪਰ ਚਾਂਸਸ ਇਹ ਨੇ ਕਿ ਸ਼ਾਇਦ, ਕਿਉਂਕਿ US ਨੇ ਵੀ ਕਿਹਾ ਕਿ ਅਸੀਂ ਇਨਕਰੀਜ਼ ਕਰਨੇ ਆ, ਉਹਨਾਂ ਦੀ ਮਾਰਕੀਟ ਬਹੁਤ ਸਟਰੋਂਗ ਹੋਈ ਆ, ਹੈ ਨਾ। ਅਤੇ ਸਾਡੀ ਜਿਹੜੀ ਕੰਜ਼ਿਊਮਰ ਇੰਡੈਕਸ ਉਹ 5.8 ਹੋਇਆ, ਬਹੁਤ ਮਤਲਬ ਗਰੋਥ ਹੋ ਰਹੀ ਆ। ਬਟ ਬੈਂਕ ਚਾਹੁੰਦੀ ਆ ਕਿ ਬੈਂਕ ਆਫ ਕੈਨੇਡਾ ਕਿ ਜਿਹੜੀ ਗਰੋਥ ਆ ਉਹ ਥੋੜ੍ਹੀ ਜਿਹੀ ਸਲੋ ਹੋਵੇ। ਠੀਕ ਹੈ, ਅਤੇ ਉਹਨਾਂ ਨੇ ਉਸ ਹਿਸਾਬ ਨਾਲ ਆਪਣੇ ਟਾਰਗੇਟ ਵੀ ਰਿਵਾਈਜ਼ ਕੀਤੇ ਨੇ। ਉਹ ਕਹਿੰਦੇ ਨੇ 2.8 ਵੀ ਇਸ ਸਾਲ ਦੀ ਹੋਏਗੀ, ਅਤੇ 2.4 ਨੈਕਸਟ ਈਅਰ ਦੀ ਹੋਏਗੀ, ਫਿਰ 25 'ਚ ਜਾ ਕੇ 2.7 ਦੇ ਉਹਨਾਂ ਨੇ ਟਾਰਗੇਟ ਰੱਖੇ ਨੇ ਪਰਸੈਂਟੇਜ ਆਫ ਗਰੋਥ। ਸੋ ਚਾਂਸਸ ਇਹੀ ਨੇ ਕਿ ਆਈ ਵਿਲ ਸੇ ਕਿ ਵਧੇਗਾ ਨੈਕਸਟ ਈਅਰ ਵੀ, ਨੈਕਸਟ ਸਤੰਬਰ। ਹਾਂਜੀ ਸਿੱਧੂ ਸਾਹਿਬ, ਆਖਰੀ ਸਵਾਲ ਜਿਹੜਾ ਹੈ ਕਿ ਇਹ ਅਮਰੀਕਾ ਜਾਂ ਬਾਕੀ ਮੁਲਕਾਂ ਦਾ ਫਰਕ ਵੀ ਪੈਂਦਾ ਇਹਦੇ 'ਤੇ ਅਸਰ, ਅਤੇ ਜਿਹੜੀ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਹੋ ਰਹੀ ਹੈ ਕਿ ਉਹਦਾ ਪ੍ਰਭਾਵ ਵੀ ਹੈ ਇਸ ਤਮਾਮ ਚੀਜ਼ਾਂ 'ਤੇ? ਦੇਖੋ, ਜਦੋਂ ਡਿਮਾਂਡ ਕ੍ਰੀਏਟ ਹੁੰਦੀ ਆ ਮਾਰਕੀਟ ਦੇ ਵਿੱਚ, ਉਦੋਂ ਹੀ ਅੱਗ ਲੱਗਦੀ ਆ ਨਾ। ਨੋ ਡਾਊਟ ਇਮੀਗ੍ਰੇਸ਼ਨ ਇੱਕ ਮੇਜਰ ਫੈਕਟਰ ਹੈਗਾ। ਠੀਕ ਹੈ, ਜਦੋਂ ਗਲੋਬਲ ਜਿਹੜੀ ਇਨਫਲੇਸ਼ਨ ਆ ਉਹ ਈਜ਼ ਆਊਟ ਹੋ ਰਹੀ ਆ, ਉਹ ਘਟ ਰਹੀ ਆ, ਨੋ ਡਾਊਟ। ਠੀਕ ਹੈ, ਬਟ ਜਿਹੜੀ ਇਕਨੋਮਿਕ ਐਕਟੀਵਿਟੀ ਆ ਉਹ ਜ਼ਿਆਦਾ ਹੋ ਰਹੀ ਹੈ, ਚਾਹੇ ਉਹ ਸਰਵਿਸ ਸੈਕਟਰ ਹੋਵੇ, ਚਾਹੇ ਐਨਰਜੀ ਸੈਕਟਰ ਹੋਵੇ, ਚਾਹੇ ਫੂਡ ਸੈਕਟਰ ਹੋਵੇ। ਠੀਕ ਹੈ ਜੀ, ਸੋ ਫਿਰ ਬੈਂਕ ਨੂੰ ਸਾਰੇ ਫੈਕਟਰ ਦੇਖਣੇ ਪੈਂਦੇ ਨੇ, ਬੈਂਕ ਆਫ ਕੈਨੇਡਾ ਨੂੰ ਸਾਰੇ ਫੈਕਟਰ ਦੇਖਣੇ ਪੈਂਦੇ। ਜਿਵੇਂ ਆਪਾਂ ਇੱਕ ਘਰ ਚਲਾਉਣਾ, ਆਪਾਂ ਨੂੰ ਦੇਖਣੇ ਪੈਂਦੇ ਆ,
ਇਸੇ ਤਰ੍ਹਾਂ ਉਹਨਾਂ ਨੇ ਕੰਟਰੀ ਚਲਾਉਣੀ, ਉਹਨਾਂ ਨੂੰ ਕੰਟਰੀ ਦੇ ਸਾਰੇ ਫੈਕਟਰ ਦੇਖਣੇ ਪੈਂਦੇ ਨੇ। ਸੋ ਉਹ ਉਸ ਕਰਕੇ ਉਹਨਾਂ ਨੇ ਹੁਣ ਜਿਹੜਾ ਆਪਣਾ ਇਨਫਲੇਸ਼ਨ ਦਾ ਟੀਚਾ 2% ਦਾ ਰੱਖਿਆ, ਉਹ ਇਸੇ ਕਰਕੇ ਰੱਖਿਆ ਕਿ ਉਹ ਉਹਨਾਂ ਨੂੰ ਇਹ ਲੱਗਦਾ ਕਿ 3% ਤੱਕ ਇਸ ਸਾਲ ਅਤੇ ਨੈਕਸਟ ਈਅਰ ਹੋਊਗੀ ਇਨਫਲੇਸ਼ਨ, ਅਤੇ 25 ਦੇ ਸ਼ੁਰੂ ਦੇ ਵਿੱਚ 2% ਆ ਜਾਊਗੀ। ਪਰ ਜਿਹੜੀ ਕੁਆਂਟੀਟਿਵ ਟਾਈਟਨਿੰਗ ਦਾ ਉਹਨਾਂ ਨੇ ਪਾਲਿਸੀ ਅਡੋਪਟ ਕਰ ਰਹੇ ਨੇ, ਉਹ ਕੰਟੀਨਿਊ ਰਹੂਗੀ। ਉਹਦਾ ਮਤਲਬ ਇਹ ਹੈ ਕਿ ਹੋਰ ਥੋੜ੍ਹਾ ਜਿਹਾ ਸਖਤ ਹੋਊਗਾ। ਤੇ ਰਾਹਤ ਵਾਲੀ ਗੱਲਬਾਤ ਹੁਣ 2025 ਤੇ ਰੱਖੀਏ? ਯੂ ਨੈਵਰ ਨੋ, ਇਹ ਕੁਛ ਨਹੀਂ ਕਹਿ ਸਕਦੇ। ਦੇਰ ਇਜ਼ ਨੋ ਇੰਡੀਕੇਸ਼ਨ ਯੈਟ, ਕੋਈ ਇੰਡੀਕੇਸ਼ਨ ਨਹੀਂ ਹੈਗੀ ਕਿ ਰਾਹਤ ਇੱਦੋਂ ਆਏਗੀ ਜਾਂ ਉਦੋਂ ਆਏਗੀ, ਉਹ ਕੋਈ ਇੰਡੀਕੇਸ਼ਨ ਨਹੀਂ ਹੈਗੀ। ਜੀ ਸਰ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸੋ ਬਾਕੀ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ 0.25% ਦਾ ਵਾਧਾ ਕੀਤਾ ਗਿਆ, ਪਰ ਇਹ ਸੰਭਾਵਨਾਵਾਂ ਜਾਰੀ ਨੇ। ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਗੱਲਬਾਤ ਕੀਤੀ ਕਿ ਸ਼ਾਇਦ ਇੰਟਰਸਟ ਰੇਟ ਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਰ ਵਾਧਾ ਵੀ ਹੋ ਸਕਦਾ ਹੈ। ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।